ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਬੇਟਾ ਸਭ ਨੂੰ। ਅੱਜ ਆਪਾਂ ਕਰ ਰਹੇ ਹਾਂ ਪਾਵਰਟੀ ਵਾਲਾ ਕੁਐਸਚਨ। ਇਹ ਤੁਹਾਨੂੰ ਲੌਂਗ ਨੋਟ ਦੇ ਵਿੱਚ ਆਏਗਾ। ਅੱਜ ਇਸ ਕੁਐਸਚਨ ਦੇ ਆਪਾਂ ਕੁਝ ਟੌਪਿਕ ਕਰਾਂਗੇ। ਸਭ ਤੋਂ ਪਹਿਲਾਂ ਹੈ ਇਸ ਦਾ ਮੀਨਿੰਗ, ਪਾਵਰਟੀ ਕਹਿੰਦੇ ਕਿਹਨੂੰ ਆ ਨਾ। ਇਹਦੇ ਲਈ ਆਪਾਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੰਟਰੋ ਦੇ ਦੇਵਾਂ। ਇੰਟਰੋ ਦੇ ਵਿੱਚ ਕੀ ਹੈ ਕਿ ਪਾਵਰਟੀ ਹੈ ਜਿਹੜੀ ਅਤੇ ਰਿਚਨੈਸ ਹੈ ਨਾ, ਦੋਨੋਂ ਰਿਲੇਟਿਵ ਟਰਮਸ ਨੇ, ਦੋਨਾਂ ਦਾ ਰਿਲੇਸ਼ਨ ਆਪਸ ਦੇ ਵਿੱਚ। ਇਹ ਤੋਂ ਆਪਾਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਕੌਣ ਪੂਅਰ ਹੈ ਅਤੇ ਕੌਣ ਰਿਚ ਹੈ ਨਾ। ਹਰੇਕ ਪਲੇਸ, ਜਗ੍ਹਾ ਦੇ ਨਾਲ, ਸਿਚੁਏਸ਼ਨ ਦੇ ਨਾਲ ਅਤੇ ਕੰਟਰੀ ਦੇ ਨਾਲ ਇਹਨਾਂ ਚੀਜ਼ਾਂ ਦਾ ਫਰਕ ਪੈ ਜਾਂਦਾ, ਚੇਂਜ ਹੋ ਜਾਂਦੀਆਂ ਨੇ, ਇਹ ਬਦਲਦੀਆਂ ਰਹਿੰਦੀਆਂ ਨੇ ਨਾ। ਜਿਵੇਂ ਕਿ ਕੋਈ ਪਰਸਨ ਹੈ ਇੱਕ ਵਿਲੇਜ ਦੇ ਵਿੱਚ ਤਾਂ ਉਹ ਪੂਰਾ ਅਮੀਰ ਹੈ, ਪਰ ਜ਼ਰੂਰੀ ਨਹੀਂ ਹੈਗਾ ਵੀ ਉਹ ਸਿਟੀ ਦੇ ਵਿੱਚੋਂ ਵੀ ਅਮੀਰ ਪਰਸਨ ਹੋਊਗਾ ਨਾ। ਅਤੇ ਇਸੇ ਤਰ੍ਹਾਂ ਹੀ ਜੇ ਇੱਕ ਇੰਡੀਆ ਦੇ ਵਿੱਚ ਕੋਈ ਰਿਚ ਪਰਸਨ ਹੈ, ਉਹ ਜ਼ਰੂਰੀ ਨਹੀਂ ਹੈਗਾ ਵੀ US ਦੇ ਵਿੱਚ ਵੀ ਰਿਚ ਹੋਊਗਾ। ਠੀਕ ਹੈ, ਤਾਂ ਆਪਾਂ ਪ੍ਰੋਪਰ ਵੀ ਨਾ ਕਹਿ ਨਹੀਂ ਸਕਦੇ ਵੀ ਰਿਚ ਕੌਣ ਹੈ। ਰਿਚਨੈਸ ਅਤੇ ਪੂਅਰਨੈਸ ਬਾਰੇ ਆਪਾਂ ਕਹਿ ਨਹੀਂ ਸਕਦੇ ਨਾ। ਤਾਂ ਮੈਂ ਤੁਹਾਨੂੰ ਪਹਿਲਾਂ ਇਹਦਾ ਮੀਨਿੰਗ ਕਲੀਅਰ ਕਰ ਦੇਵਾਂ, ਪਾਵਰਟੀ ਕਹਿੰਦੇ ਕਿਹਨੂੰ ਆ। ਮੀਨਿੰਗ ਦੇ ਵਿੱਚ ਹੈਗਾ ਬੇਟਾ, ਪਾਵਰਟੀ ਹੈ ਜਿਹੜੀ, ਪਾਵਰਟੀ ਇਜ਼ ਅ ਸਿਚੁਏਸ਼ਨ where an individual fails to earn such income which is sufficient to buy minimum and basic necessities of life। ਪਾਵਰਟੀ ਇੱਕ ਇੱਦਾਂ ਦੀ ਸਿਚੁਏਸ਼ਨ ਆ ਜਿਹਦੇ ਵਿੱਚ ਇੱਕ ਇੰਡੀਵਿਜੂਅਲ ਆ ਜਿਹੜਾ ਉਹ ਫੇਲ ਹੋ ਜਾਂਦਾ ਹੈ ਇੰਨੀ ਕੁ ਇਨਕਮ ਅਰਨ ਕਰਨ ਦੇ ਲਈ, ਜਿਹਦੇ ਨਾਲ ਉਹ ਆਪਣੀਆਂ ਜਿਹੜੀਆਂ ਮਿਨੀਮਮ ਨੇ ਅਤੇ ਬੇਸਿਕ ਨਸੈਸਰੀਜ਼ ਨੇ, ਘੱਟੋ ਘੱਟ ਉਹਦੀਆਂ ਲੋੜਾਂ ਨੇ ਜਿਹੜੀਆਂ ਲਾਈਫ ਦੀਆਂ, ਉਹਨਾਂ ਨੂੰ ਪੂਰਾ ਕਰ ਸਕੇ ਹੈ ਨਾ। ਇਹਦੇ ਲਈ ਵੀ ਉਹ ਨਾਕਾਮਯਾਬ ਹੋ ਜਾਂਦਾ, ਫੇਲ ਹੋ ਜਾਂਦਾ ਉਹ। ਠੀਕ ਹੈ, ਸਾਡੀਆਂ ਬੇਸਿਕ ਨਸੈਸਿਟੀਜ਼ ਕਿਹੜੀਆਂ ਨੇ? ਫੂਡ, ਕਲੋਥਿੰਗ, ਸ਼ੈਲਟਰ, ਹੈਲਥ ਐਂਡ ਐਜੂਕੇਸ਼ਨ। ਇਹ ਪੰਜੇ ਨੇ ਜਿਹੜੀਆਂ ਸਾਡੀਆਂ ਬੇਸਿਕ ਨਸੈਸਿਟੀਜ਼ ਨੇ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਬੇਟਾ ਪਾਵਰਟੀ ਲਾਈਨ। ਪਾਵਰਟੀ ਲਾਈਨ ਕਿਹਨੂੰ ਕਹਿੰਦੇ ਆ? ਪਾਵਰਟੀ ਲਾਈਨ ਆ ਜਿਹੜਾ, ਪਾਵਰਟੀ ਲਾਈਨ ਇਜ਼ ਅ ਕੱਟ ਆਫ ਪੁਆਇੰਟ, ਇੱਕ ਕੱਟ ਆਫ ਪੁਆਇੰਟ ਹੈ ਇਹ, ਔਨ ਦੀ ਬੇਸਿਸ ਆਫ ਇਨਕਮ ਡਿਸਟਰੀਬਿਊਸ਼ਨ ਦੇ ਬੇਸ 'ਤੇ ਇਹ ਇੱਕ ਕੱਟ ਆਫ ਪੁਆਇੰਟ ਹੈ। ਕੱਟ ਆਫ ਪੁਆਇੰਟ ਦੇ ਨਾਮ ਨਾਲ ਇਹਨੂੰ ਅਸੀਂ ਜਾਣਦੇ ਹਾਂ। ਵਿੱਚ ਡਿਵਾਈਡ, ਜਿਹੜਾ ਕਿ ਡਿਵਾਈਡ ਕਰਦਾ ਪਾਪੂਲੇਸ਼ਨ ਇਨਟੂ ਪੂਅਰ ਐਂਡ ਨੋਨ ਪੂਅਰ, ਸਾਡੀ ਪਾਪੂਲੇਸ਼ਨ ਨੂੰ। ਠੀਕ ਹੈ, ਪੂਅਰ ਦੇ ਵਿੱਚ ਅਤੇ ਨੋਨ ਪੂਅਰ ਦੇ ਵਿੱਚ। ਠੀਕ ਹੈ, ਵੀ ਕੌਣ ਪੂਅਰ ਹੈ ਅਤੇ ਕੌਣ ਨੋਨ ਪੂਅਰ ਹੈ। ਠੀਕ ਹੈ, ਮੈਂ ਕੱਟ ਆਫ ਪੁਆਇੰਟ ਬਾਰੇ ਤੁਹਾਨੂੰ ਮੈਂ ਸਮਝਾ ਰਹੀ ਹਾਂ ਵੀ ਕੱਟ ਆਫ ਪੁਆਇੰਟ ਹੈ ਜਿਹੜਾ ਕਿਹਨੂੰ ਕਹਿੰਦੇ ਆ ਨਾ। ਫੋਰ ਐਗਜ਼ਾਮਪਲ, ਇੰਡੀਆ ਦੇ ਵਿੱਚ ਕੋਈ ਪਰਸਨ ਹੈ, ਠੀਕ ਹੈ, ਜਿਹਨੂੰ ਕਿ ਇਨਕਮ ਚਾਹੀਦੀ ਹੈ ਜਿਹੜੀ, ਉਹ ਇੱਕ ਦਿਨ ਦੇ ਲਈ ਹੈ ਨਾ, ਕੰਸੀਡਰ ਕਰ ਰਹੀ ਹਾਂ ਮੈਂ, ਜਿਹੜਾ $1 ਤੋਂ ਵੀ ਘੱਟ ਹੈ ਉਹਦੀ ਇਨਕਮ, ਜਦ ਕਿ ਉਹਨੂੰ ਚਾਹੀਦੀ ਹੈ $30 ਪਰ ਮੰਥ ਦੇ ਲਈ ਹੈ ਨਾ, ਜਾਂ ਕਹਿ ਲਓ ਵੀ 1800 ਰੁਪਇਆ ਚਾਹੀਦਾ ਉਹਨੂੰ ਇੱਕ ਮੰਥ ਦੇ ਲਈ। ਠੀਕ ਹੈ, ਉਹ ਉਹਦੇ ਲਈ ਵੀ ਏਬਲ ਨਹੀਂ ਹੈਗਾ, ਮਤਲਬ ਉਹਦੇ ਲਈ ਵੀ ਉਹ ਫੇਲ ਹੈ, ਉਹਨੂੰ ਕਮਾਉਣ ਦੇ ਲਈ ਵੀ ਉਹ ਫੇਲ ਹੈ। ਦੈਟ ਮੀਨਜ਼ ਜਿਹੜਾ ਇਹ 1800 ਰੁਪਇਆ ਹੈ ਉਹ ਕੀ ਹੈ? ਕੱਟ ਆਫ ਪੁਆਇੰਟ। ਠੀਕ ਹੈ, 1800 ਰੁਪਏ ਨੂੰ ਆਪਾਂ ਕੀ ਬੋਲਾਂਗੇ? ਕੱਟ ਆਫ ਪੁਆਇੰਟ। ਜੇ ਉਹ 1800 ਰੁਪਇਆ ਵੀ ਪਰ ਮੰਥ ਦਾ ਨਹੀਂ ਕਮਾ ਰਿਹਾ, ਦੈਟ ਮੀਨਜ਼ ਇਹ ਕੀ ਆ? ਕੱਟ ਆਫ ਪੁਆਇੰਟ। ਠੀਕ ਹੈ, ਹੁਣ ਮੈਂ ਗੱਲ ਕਰ ਰਹੀ ਹਾਂ ਬੇਟਾ ਪੂਅਰ ਦੀ। ਪੂਅਰ ਕਿਹਨੂੰ ਕਹਿੰਦੇ ਆ ਹੈ ਨਾ? ਪੂਅਰ ਕਿਹਨੂੰ ਕਹਿੰਦੇ ਆ? ਪੂਅਰ ਕੀ ਹੁੰਦਾ ਹੈ? ਪੂਅਰ ਦੀਆਂ ਤੁਹਾਨੂੰ ਮੈਂ ਫੀਚਰਸ ਦੱਸ ਰਹੀ ਹਾਂ ਕੀ ਹੁੰਦੀਆਂ ਨੇ। ਦਾ ਫਸਟ ਇਜ਼, ਉਹ 2 ਟਾਈਮ ਦਾ ਜਿਹੜਾ ਖਾਣਾ ਗਾ ਉਹ ਵੀ ਨਹੀਂ ਖਾ ਸਕਦਾ। ਇੱਕ ਦਿਨ ਦੇ ਵਿੱਚ 2 ਟਾਈਮ ਆਪਾਂ ਮੀਲ ਲੈਂਦੇ ਹਾਂ, ਉਹਦੇ ਲਈ ਵੀ ਉਹ ਯੋਗ ਨਹੀਂ ਹੈਗਾ, ਨਹੀਂ ਲੈ ਰਿਹਾ ਉਹ। ਠੀਕ ਹੈ, ਉਹਦੇ ਕੋਲ ਕਲੋਥਸ ਨਹੀਂ ਹੈਗੇ, ਬੈਡਿੰਗ ਨਹੀਂ ਹੈਗੀ, ਯੂਟੈਂਸਿਲਸ ਨਹੀਂ ਹੈਗੇ, ਕੱਚਾ ਘਰ ਹੈ ਉਹਦੇ ਕੋਲ ਰਹਿਣ ਦੇ ਲਈ, ਲੈਂਡਲੈਸ ਹੈ। ਜੇ ਉਹ ਰੂਰਲ ਏਰੀਏ ਦੇ ਵਿੱਚ ਰਹਿ ਰਿਹਾ ਹੈ, ਦੈਟ ਮੀਨਜ਼ ਉਹ ਕੀ ਹੈ? ਲੈਂਡਲੈਸ ਹੈ। ਠੀਕ ਹੈ, ਨੈਕਸਟ ਹੈ ਵੀ ਉਹ ਲਿਟਰੇਟ ਨਹੀਂ ਹੈਗਾ। ਠੀਕ ਹੈ, ਬੇਸਿਕ ਉਹਦੇ ਕੋਲ ਲਿਟਰੇਸੀ ਵੀ ਹੈ ਨਹੀਂ ਗੀ, ਪ੍ਰਾਇਮਰੀ ਦਾ ਲੈਵਲ ਤੱਕ ਵੀ ਉਹ ਪੜ੍ਹਿਆ ਨਹੀਂ ਹੋਇਆ, ਸਕਿੱਲਸ ਨਹੀਂ ਹੈਗੀਆਂ, ਫਿਜ਼ੀਕਲੀ ਉਹ ਵੀਕ ਹੈ, ਬਿਮਾਰ ਰਹਿੰਦਾ ਹੈ ਨਾ, ਅਤੇ ਇਲੈਕਟ੍ਰੀਸਿਟੀ ਦਾ ਉਹਦੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ। ਇਸ ਤਰ੍ਹਾਂ ਉਹ ਪੂਅਰ ਹੈ, ਜਿਹਦੇ ਜੋ ਪਰਸਨ ਹੈ ਉਹਦੇ ਵਿੱਚ ਇਹ ਕਰੈਕਟਰਿਸਟਿਕਸ ਹੈਗੀਆਂ ਨੇ, ਦੈਟ ਮੀਨਜ਼ ਉਹ ਪੂਅਰ ਹੈ।
ਅੱਗੇ ਆ ਗਿਆ ਪਾਵਰਟੀ। ਪਾਵਰਟੀ ਨੂੰ ਆਪਾਂ ਡਿਵਾਈਡ ਕਿੰਨੇ ਭਾਗਾਂ 'ਚ ਕਰਦੇ ਹਾਂ, ਇਹਦੀਆਂ ਟਾਈਪਸ ਕਿਹੜੀਆਂ ਕਿਹੜੀਆਂ ਨੇ? 2 ਟਾਈਪਸ ਨੇ ਬੇਟਾ, 2 ਟਾਈਪਸ ਨੇ ਇਹਦੀਆਂ ਮੇਨਲੀ, ठीक है। द फर्स्ट इज़ रिलेटिव पावर्टी, द सेकंड इज़ एब्सल्यूट पावर्टी। द फर्स्ट इज़ रिलेटिव पावर्टी, द सेकंड इज़ एब्सल्यूट पावर्टी। हाँ जी, पहला हैगा रिलेटिव पावर्टी। रिलेटिव पावर्टी की है? रिलेटिव पावर्टी का मतलब हैगा, रिलेटिव जिहड़ा वर्ड है ਇਹਦਾ मतलब हैगा कंपैरिजन, है ना, कंपेयर करना। ਇਹਦੇ इस टर्म ਦੇ ਵਿੱਚ ਆਪਾਂ कंपेयर करते हैं, ठीक है। 2 पर्सनस का ला लो ਜਾਂ 2 कंट्रीज़ का ला लो, ठीक है। 2 पर्सनस का भी कह सकते हैं ਆਪਾਂ, 2 कंट्रीज़ का भी कह सकते हैं, है ना। ਤਾਂ रिलेटिव पावर्टी ਦੇ ਵਿੱਚ ਆਪਾਂ कंपैरिजन करते हैं पीपल्स का अदर पीपल्स नाल, है ना, होर लोगों नाल, रीजनस का अदर रीजनस नाल, नेशन का अदर नेशनस नाल, ठीक है। द नैक्सट इज़ एब्सल्यूट पावर्टी। एब्सल्यूट पावर्टी की है? एक मैयरमेंट है, ये आप मैयर करते हैं, ठीक है, भी किन्ने परसन ने, टोटल नंबर ऑफ परसन लिविंग बिलो पावर्टी लाइन। PL मीनस पावर्टी लाइन, ठीक है, भी पावर्टी लाइन के हेठां कौन कौन रह रहा, ठीक है, किन्ने लोग ने, ये गिनती आ जाती है भी किन्ने पीपल ने जिहड़े एक्चुअल दे विच पावर्टी लाइन के हेठां रह रहे हैं। दैट मीनस एब्सल्यूट पावर्टी, ठीक है जी। तो मैं इहदा नाल नाल तुहानूं डिफरेंस भी करवा रही हाँ। पहला तो है भी ये कंपैरिजन है, दूसरा ये एब्सल्यूट पावर्टी दे विच आ जाएगा ये नंबर ऑफ पीपल है, टोटल नंबर ऑफ पीपल, किन्ने लोग ने जिहड़े पावर्टी लाइन के हेठां रह रहे हैं, ठीक है। नैक्सट हैगा बेटा सैकेंड पॉइंट, ये जे आप इंडिया की गल करिए, है ना, जे आप कह दिए भी इंडिया जिहड़ा रिलेटिव पुअर है ना, कि जिहड़ियां अदर कंट्रीज़ ने, अदर कंट्रीज़ जो आप देखांगे अदर कंट्रीज़ नाल उहदा कंपैरिजन करांगे, तो जिहड़ा कंपैरिजन आ किहदे नाल करांगे आपां? पर कैपिटा इनकम दे नाल, ठीक है, भी दूजियां कंट्रीज़ का कितना डिफरेंस है, पर कैपिटा इनकम दा कितना डिफरेंस है होर कंट्रीज़ दे नाल इहदा, ठीक है। पर कैपिटा इनकम का डिफरेंस देखांगे। तो ये एब्सल्यूट पावर्टी दे विच की देखांगे? रेलेवेंस। रेलेवेंस हुंदा है भी ये किन्ना क योग है, किन्ना क इहदा मेल है इहदे नाल, है ना। जिहड़ियां बेटा हैगियां नेगियां इस कॉन्सैप्ट है, जिहड़ा अपना एक कॉन्सैप्ट है, ਇਹਦਾ ਲੈਸ ਡਿਵੈਲਪਮੈਂਟ ਕੰਟਰੀਜ਼ ਦੇ ਵਿੱਚ ਤਾਂ ਰੈਲੇਵੈਂਸ ਹੈਗਾ, ਕੋਈ ਮੇਲ ਹੈਗਾ, ਬਟ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੈਗਾ, ਠੀਕ ਹੈ, ਨੋ ਰੈਲੇਵੈਂਸ ਹੈ ਉਹਦੇ ਵਿੱਚ ਇਹਦਾ। ਦ ਥਰਡ ਹੈਗਾ ਪੁਆਇੰਟ ਆਪਣੇ ਕੋਲ, ਥਰਡ ਪੁਆਇੰਟ ਹੈਗਾ ਇਹਦੀ ਕੈਲਕੂਲੇਸ਼ਨ। ਕੈਲਕੂਲੇਸ਼ਨ ਆਪਾਂ ਇਹਦੀ ਕਿਵੇਂ ਕਰਨੀ ਹੈ? कैलकुलेशन किमें करनी है? जिहड़ी पावर्टी रिलेटिव पावर्टी आ उहदे 2 मैथड ने, लॉरेंस कर्व नाल भी देख सकते हैं असीं ते गिनी कोफिशिएंट दे नाल भी देख सकते हैं। तो जिहड़ी साडी एब्सल्यूट पावर्टी है, एब्सल्यूट पावर्टी नूं बेटा असीं देख सकते हैं पावर्टी लाइन नाल, ठीक है, विद द हैल्प ऑफ पावर्टी लाइन। पावर्टी लाइन नाल इहनूं आपां मेजर कर सकते हैं, ठीक है। एग्जाम्पल दे सकती है मैं तुहानूं इहदी, एग्जाम्पल के तौर पर जिवें अपना इंडिया गा ना, जिहड़ा इंडिया गा वो एक पुअरेस्ट कंट्री है ना, पूरे वर्ल्ड की गल करिए जे पुअरेस्ट कंट्री है पूरे वर्ल्ड के मुकाबले, ठीक है। तो इनू आपां ये कहांगे भी जिहड़ा इंडिया गा इहदी पर कैपिटा इनकम आ जिहड़ी वो लैस दैन $1 है ना, एक दिन के हिसाब नाल लैस दैन $1, ठीक है, ओके। तो जे आपां एब्सल्यूट पावर्टी दे विच इहदी गल करिए, एब्सल्यूट पावर्टी दे विच आपां ये कह सकते हैं भी इंडिया दे विच जिहड़े 25% पीपल ने, पापूलेशन है जिहड़ी वो की है एब्सल्यूट पुअर है ना, तो वो पावर्टी लाइन के हेठां रह रहे हैं जिहड़े 25% पीपल ने, ठीक है। ये विच सानूं एग्जैक्ट पता लग गया भी जिहड़े 25% ने वो एक्चुअल दे विच की ने पुअर ने, एब्सल्यूट पुअर ने, ठीक है। उस तो बाद तुसीं करने ये कॉजेज, पावर्टी के की कारण ने, है ना, पावर्टी के की कारण ने, की रीजन ने ये, ठीक है।
ਮੇਨ ਆਪਾਂ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿ ਕਿਹੜੇ ਕਾਰਨ ਨੇ ਬੇਟਾ ਇਹਦੇ। ਦ ਫਸਟ ਪੁਆਇੰਟ ਇਜ਼ ਹੈਵੀ ਪ੍ਰੈਸ਼ਰ ਆਫ ਪਾਪੂਲੇਸ਼ਨ, ਹੈਵੀ ਪ੍ਰੈਸ਼ਰ ਆਫ ਪਾਪੂਲੇਸ਼ਨ। ਠੀਕ ਹੈ, ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ ਰੇਪਡ ਸਪੀਡ ਨਾਲ ਰੇਜ਼ ਹੋ ਰਹੀ ਆ, ਹੈ ਨਾ। ਇਹਦੀ ਸਪੀਡ ਹੈ ਜਿਹੜੀ ਬਹੁਤ ਵੱਧ ਰਹੀ ਆ, ਬਹੁਤ ਤੇਜ਼ ਗਤੀ ਨਾਲ ਇਹਦੇ ਵਿੱਚ ਵਾਧਾ ਹੋ ਰਿਹਾ ਗਾ, ਹੈ ਨਾ। ਜਿਵੇਂ ਇੰਡੀਆ ਦੇ ਵਿੱਚ 1991 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀ ਉਹ ਹੈਗੀ ਸੀ 84.63 ਕਰੋੜ, ਹੈ ਨਾ। ਜਦ ਕਿ 2011 ਦੇ ਵਿੱਚ ਕਿੰਨੀ ਹੋ ਗਈ ਸੀ 121.2 ਕਰੋੜ। ਠੀਕ ਹੈ, 121.2 ਇੰਨੀ ਹੋ ਗਈ ਇੰਡੀਆ ਦੇ ਵਿੱਚ 2011 ਦੇ ਵਿੱਚ। ਇਸ ਤਰ੍ਹਾਂ ਨਾਲ ਇਹ ਵੱਧ ਰਹੀ ਆ। ਠੀਕ ਹੈ, 121.2% ਹੋ ਗਈ ਸੀ ਇਹ 2011 ਦੇ ਵਿੱਚ, ਇੰਨੀ ਤੇਜ਼ ਗਤੀ ਨਾਲ ਇਹਦੇ ਵਿੱਚ ਵਾਧਾ ਹੋਇਆ। ਠੀਕ ਹੈ, ਤੋ ਉਸ ਤੋਂ ਬਾਅਦ ਹੈਗਾ ਗਾ ਇਹ ਇੱਕ ਬੈਰੀਅਰ ਦੀ ਤਰ੍ਹਾਂ ਕੰਮ ਕਰ ਰਹੀ ਆ, ਹੈ ਨਾ। ਆਪਣੀ ਕੰਟਰੀ ਦੇ ਵਿੱਚ ਇੱਕ ਬੈਰੀਅਰ ਹੈ, ਇਹ ਬੈਰੀਅਰ ਦੀ ਤਰ੍ਹਾਂ ਕੰਮ ਕਰ ਰਹੀ ਹੈ, ਰੁਕਾਵਟ ਹੈ ਇਹ ਸਾਡੀ ਇਕਨੋਮਿਕ ਡਿਵੈਲਪਮੈਂਟ ਦੇ ਲਈ, ਹੈ ਨਾ। ਉਹਦੇ ਰਸਤੇ ਦੇ ਵਿੱਚ ਰੁਕਾਵਟ ਹੈ। ਠੀਕ ਹੈ, ਤਾਂ ਸੈਕਿੰਡ ਪੁਆਇੰਟ ਹੈਗਾ ਅਨਇੰਪਲੋਇਮੈਂਟ, ਹੈ ਨਾ। ਜਿੱਥੇ ਪਾਪੂਲੇਸ਼ਨ ਇੰਨੀ ਜ਼ਿਆਦਾ ਹੋਊਗੀ ਉੱਥੇ ਦੇ ਲੋਕ ਮੋਸਟਲੀ ਅਨਇੰਪਲੋਏ ਹੋਣਗੇ, ਹੈ ਨਾ। ਜਿਹੜੀ ਇੰਡੀਆ ਗਈ ਉੱਥੇ ਪਹਿਲੀ ਗੱਲ ਤਾਂ ਪਾਪੂਲੇਸ਼ਨ ਜ਼ਿਆਦਾ ਹੈ ਅਤੇ ਦੂਜੀ ਗੱਲ ਹੈਵੀ ਅਨਇੰਪਲੋਇਮੈਂਟ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਬੇਰੁਜ਼ਗਾਰ ਨੇ, ਹੈ ਨਾ। ਇਹਦਾ ਕਾਰਨ ਕੀ ਆ? ਪਹਿਲਾ ਤਾਂ ਹੈ ਲੋਕ ਐਜੂਕੇਟਡ ਹੈ ਨਹੀਂ ਗੇ, ਇਲਿਟਰੇਟ ਨੇ, ਹੈ ਨਾ। ਅਤੇ ਦੂਜੀ ਗੱਲ ਹੈ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਹੈ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿੰਦੀ ਹੈ, ਰੂਰਲ ਏਰੀਏ ਦੇ ਵਿੱਚ ਰਹਿ ਰਹੀ ਹੈ ਨਾ। ਜੇ ਰੂਰਲ ਏਰੀਏ ਦੇ ਵਿੱਚ ਰਹਿ ਰਹੀ ਹੈ ਬੇਟਾ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਵੀ ਉਹ ਐਗਰੀਕਲਚਰ ਬੇਸਡ ਹੋਊਗੀ, ਹੈ ਨਾ। ਐਗਰੀਕਲਚਰ 'ਤੇ ਡਿਪੈਂਡ ਹੋਣਗੇ ਜ਼ਿਆਦਾਤਰ, ਅਤੇ ਐਗਰੀਕਲਚਰ ਵੀ ਆਪਣੀ ਇੱਥੇ ਬੈਕਵਰਡ ਹੈ। ਤਾਂ ਜਿਹੜਾ ਐਗਰੀਕਲਚਰ ਸੈਕਟਰ ਆ ਉਹਦੇ ਵਿੱਚ ਡਿਸਗਸਡ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਛੁਪੀ ਹੋਈ ਬੇਰੁਜ਼ਗਾਰੀ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ, ਛੁਪੀ ਹੋਈ ਬੇਰੁਜ਼ਗਾਰੀ ਪਾਈ ਜਾਂਦੀ ਹੈ। ਓਕੇ, ਤਾਂ ਜਿਹੜਾ ਥਰਡ ਪੁਆਇੰਟ ਹੈ ਉਹ ਹੈ ਇਨਕਰੀਜ਼ ਇਨ ਪ੍ਰਾਈਜ਼ਿਜ਼। ਇਨਕਰੀਜ਼ ਇਨ ਪ੍ਰਾਈਜ਼ਿਜ਼ ਦਾ ਮਤਲਬ ਹੈਗਾ ਕੀਮਤਾਂ ਵਿੱਚ ਵਾਧਾ, ਹੈ ਨਾ। ਮਹਿੰਗਾਈ ਜ਼ਿਆਦਾ ਗਈ, ਇਨਫਲੇਸ਼ਨ ਜ਼ਿਆਦਾ ਗਾ। ਠੀਕ ਹੈ, ਇਨਫਲੇਸ਼ਨ ਜ਼ਿਆਦਾ ਗਾ, ਕੀਮਤਾਂ ਨੇ ਜਿਹੜੀਆਂ ਇੱਕ ਤਾਂ ਇੱਥੇ ਪਾਪੂਲੇਸ਼ਨ ਜ਼ਿਆਦਾ ਹੈ ਨਾ। ਦੂਸਰਾ ਜਿਹੜੀ ਪ੍ਰੋਡਕਟੀਵਿਟੀ ਆ ਉਹ ਲੋ ਹੈ ਨਾ। ਗਿਣਤੀ ਦੇ ਹਿਸਾਬ ਨਾਲ ਜਿੰਨੀ ਸਾਡੇ ਕੋਲ ਪਾਪੂਲੇਸ਼ਨ ਆ ਉਨੀ ਪ੍ਰੋਡਕਸ਼ਨ ਹੈ ਜਿਹੜੀ ਉਹ ਨਹੀਂ ਹੋ ਰਹੀ। ਠੀਕ ਹੈ, ਲੋ ਪ੍ਰੋਡਕਟੀਵਿਟੀ ਹੈ, ਪ੍ਰੋਡਕਸ਼ਨ ਹੈ ਜਿਹੜੀ ਲੋ ਹੈ। ਚੀਜ਼ਾਂ ਦਾ ਸਟਾਕ ਆਪਣੇ ਕੋਲ ਲਿਮਟਡ ਹੈ। ਠੀਕ ਹੈ, ਜੇ ਚੀਜ਼ਾਂ ਆਪਣੇ ਕੋਲ ਲਿਮਟਡ ਹੋਣਗੀਆਂ ਦੈਟ ਮੀਨਸ ਉੱਥੇ ਉਹਨਾਂ ਚੀਜ਼ਾਂ ਦੀ ਪ੍ਰਾਈਸ ਹੈ ਜਿਹੜੀ ਉਹ ਜ਼ਿਆਦਾ ਹੋ ਹਾਇਰ ਹੋਊ, ਹੈ ਨਾ। ਮਹਿੰਗਾਈ ਜ਼ਿਆਦਾ ਹੋਊਗੀ, ਲੋਕਾਂ ਦੀ ਇੰਨੀ ਇਨਕਮ ਹੈ ਨਹੀਂ ਅਤੇ ਚੀਜ਼ਾਂ ਨੇ ਜਿਹੜੀਆਂ ਹਾਇਰ ਰੇਟ 'ਤੇ ਮਿਲ ਰਹੀਆਂ ਨੇ, ਪ੍ਰਾਈਸਿਸ ਜ਼ਿਆਦਾ ਨੇ। ਠੀਕ ਹੈ, ਇਹ ਵੀ ਇੱਕ ਮੇਨ ਕਾਰਨ ਹੈ ਗਰੀਬੀ ਦਾ, ਮਹਿੰਗਾਈ ਹੈ ਜਿਹੜੀ ਇਹ ਵੀ ਮੇਨ ਕਾਰਨ ਹੈ। ਦ ਨੈਕਸਟ ਇਜ਼ ਰੂਰਲ ਇਕਨੋਮੀ। ਜਿਹੜੇ ਆਪਣੇ ਇੰਡੀਆ ਦੇ ਲੋਕ ਨੇ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿੰਦੇ ਨੇ ਨਾ। ਪਿੰਡਾਂ ਦੇ ਵਿੱਚ ਰਹਿਣ ਕਰਕੇ ਉਹ ਕੀ ਨੇ, ਉਹਨਾਂ ਦੀ ਪਰ ਕੈਪੀਟਾ ਇਨਕਮ ਆ ਜਿਹੜੀ ਲੋ ਹੈ ਨਾ। ਪਰ ਕੈਪੀਟਾ ਇਨਕਮ ਲੋ ਹੈ ਕਿਉਂਕਿ ਉਹ ਐਗਰੀਕਲਚਰ ਬੇਸਡ ਨੇ, ਐਗਰੀਕਲਚਰ 'ਤੇ ਡਿਪੈਂਡ ਕਰਦੇ ਨੇ, ਹੈ ਨਾ। ਐਗਰੀਕਲਚਰ ਹੈ ਜਿਹੜੀ ਇੱਥੇ ਬੈਕਵਰਡ ਹੈ, ਪੁਰਾਣੇ ਢੰਗਾਂ ਨਾਲ ਲੋਕ ਖੇਤੀ ਕਰਦੇ ਨੇ, ਤਾਂ ਕਰਕੇ ਇੱਥੇ ਡਿਸਕਸ ਅਨਇੰਪਲੋਇਮੈਂਟ ਪਾਇਆ ਜਾਂਦਾ ਹੈ ਨਾ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੀ ਪਾਵਰਟੀ ਦਾ। ਓਕੇ, ਅਗਲਾ ਪੁਆਇੰਟ ਹੈਗਾ ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ। ਹਾਂਜੀ, ਜਿਹੜੀ ਇਨਕਮ ਹੈ ਉਹਦੀ ਵੰਡ ਹੈ ਜਿਹੜੀ ਉਹ ਆਸਮਾਨ ਹੈ ਨਾ। ਜਿਹੜੇ ਰਿਚ ਲੋਕ ਨੇ ਉਹ ਹੈਗੇ ਨੇ ਥੋੜ੍ਹੇ ਜਿਹੇ, ਜਿਵੇਂ ਆਪਾਂ 100 ਦੇ ਵਿੱਚੋਂ ਕਹਿ ਲਈਏ ਵੀ 10% ਪੀਪਲ ਨੇ ਜਿਹੜੇ 10% ਪੀਪਲ ਨੇ ਜਿਹੜੇ ਉਹ ਕੀ ਨੇ, ਰਿਚ ਨੇ, ਅਤੇ ਜਿਹੜੇ 90% ਪੀਪਲ ਨੇ ਉਹ ਹੈਗੇ ਨੇ ਪੂਅਰ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ 10% ਪੀਪਲ ਨੇ ਉਹ ਰਿਚ ਨੇ, 90% ਪੀਪਲ ਨੇ ਜਿਹੜੇ ਉਹ ਪੂਅਰ ਨੇ। ਤਾਂ ਜਿਹੜਾ ਸਾਡਾ ਪੂਰੀ ਇਕਨੋਮੀ ਦਾ ਪੈਸਾ ਹੈ ਉਹ ਆ 10% ਪੀਪਲਸ ਕੋਲ ਹੈ। 90% ਲੋਕ ਨੇ ਜਿਹੜੇ ਫੈਸਿਲਿਟੀਜ਼ ਨਹੀਂ ਲੈ ਸਕਦੇ, ਹੈ ਨਾ, ਉਹ ਪੂਅਰ ਨੇ। ਅਤੇ ਜਿਹੜਾ ਇਹ ਵਾਲਾ 10% ਹੈ ਹੋਰ ਜ਼ਿਆਦਾ ਰਿਚ ਹੋ ਰਿਹਾ, ਅਤੇ ਆਹ ਵਾਲਾ ਜਿਹੜਾ ਪੂਅਰ ਹੈ 90,
ਇਹ ਹੋਰ ਜ਼ਿਆਦਾ ਪੂਅਰ ਹੋ ਰਿਹਾ ਹੈ ਨਾ, ਠੀਕ ਹੈ, ਇਹ ਪੂਅਰ ਹੋ ਰਿਹਾ ਹੈ। ਓਕੇ, ਪੂਅਰ ਤਾਂ ਹੋਰ ਪੂਅਰ ਹੋ ਰਿਹਾ ਅਤੇ ਜਿਹੜਾ ਰਿਚ ਹੈ ਉਹ ਹੋਰ ਜ਼ਿਆਦਾ ਰਿਚ ਹੋ ਰਿਹਾ ਹੈ, ਠੀਕ ਹੈ। ਅਤੇ ਜਿਹੜੇ ਪੂਅਰ ਨੇ ਉਹ ਵਿਚਾਰੇ ਬੈਨੀਫਿਟ ਨਹੀਂ ਲੈ ਪਾ ਰਹੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਕੈਪੀਟਲ ਡੈਫੀਸੈਂਸੀ, ਪੂੰਜੀ ਦੀ ਕਮੀ। ਹਾਂਜੀ, ਭਾਰਤ ਹੈ ਜਿਹੜਾ, ਇਹਦੇ ਵਿੱਚ ਇੰਨੀ ਜ਼ਿਆਦਾ ਜਨਸੰਖਿਆ ਹੈਗੀ ਹੈ ਨਾ, ਇਹਦੇ ਵਿੱਚ ਆਪਾਂ ਨੂੰ ਇੰਡਸਟਰੀਜ਼ ਚਾਹੀਦੀਆਂ ਨੇ, ਟਰਾਂਸਪੋਰਟ ਚਾਹੀਦੀ ਹੈ ਨਾ, ਅਤੇ ਹੋਰ ਕਈ ਪ੍ਰੋਜੈਕਟ ਨੇ ਜਿੱਥੇ ਸਾਨੂੰ ਕੈਪੀਟਲ ਦੀ ਲੋੜ ਹੈ, ਠੀਕ ਹੈ। ਇੰਡਸਟਰੀਜ਼ ਆ ਜਿਹੜੀਆਂ ਉਹ ਵੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਹਿਸਾਬ ਨਾਲ ਪੈਸੇ ਨਾਲ ਹੀ ਲੱਗਣਗੀਆਂ ਨਾ। ਟਰਾਂਸਪੋਰਟ ਦੇ ਲਈ ਵੀ ਸਾਨੂੰ ਕੈਪੀਟਲ ਚਾਹੀਦੀ ਹੈ ਨਾ। ਹੋਰ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆ ਉਹਨਾਂ ਦੇ ਲਈ ਵੀ ਸਾਨੂੰ ਕੀ ਚਾਹੀਦਾ ਗਾ, ਕੈਪੀਟਲ ਚਾਹੀਦੀ ਹੈ। ਕੈਪੀਟਲ ਇੱਥੇ ਘਾਟ ਪਾਈ ਜਾਂਦੀ ਹੈ, ਕੈਪੀਟਲ ਦੀ ਸ਼ਾਰਟੇਜ ਹੋਣ ਕਰਕੇ ਜਿਹੜੀ ਸਾਡੇ ਦੇਸ਼ ਦੀ ਡਿਵੈਲਪਮੈਂਟ ਹੈ ਉਹ ਇੰਨੀ ਨਹੀਂ ਹੋ ਰਹੀ, ਠੀਕ ਹੈ, ਲੋ ਹੋ ਰਹੀ ਹੈ। ਓਕੇ, ਕੈਪੀਟਲ ਦਾ ਸਟਾਕ ਹੈ ਜਿਹੜਾ ਇੱਥੇ ਘੱਟ ਹੈ, ਉਹਦੇ ਕਰਕੇ ਸਾਡੀ ਪ੍ਰੋਡਕਸ਼ਨ ਦਾ ਲੈਵਲ ਵੀ ਲੋ ਹੈ, ਠੀਕ ਹੈ। ਨੈਕਸਟ ਆ ਗਿਆ ਬੇਟਾ ਲੈਕ ਆਫ ਸਕਿੱਲ ਲੇਬਰ। ਸਾਡੇ ਕੋਲ ਸਕਿੱਲ ਲੇਬਰ ਨਹੀਂ ਹੈਗੀ ਕਿਉਂਕਿ ਲੋਕ ਜ਼ਿਆਦਾਤਰ ਇਲਿਟਰੇਟ ਨੇ, ਪੜ੍ਹੇ ਲਿਖੇ ਹੈ ਨਹੀਂ ਗੇ ਉਹਨੇ, ਤਾਂ ਉਹ ਅੱਗੇ ਜਾ ਕੇ ਇੰਡਸਟਰੀਜ਼ ਦੇ ਵਿੱਚ ਕੀ ਕੰਮ ਕਰ ਲੈਣਗੇ, ਕਿਉਂਕਿ ਉਹਨਾਂ ਕੋਲ ਤਾਂ ਸਿਰਫ ਇੱਕ ਮਤਲਬ ਫਿਜ਼ੀਕਲੀ ਵਰਕ ਤਾਂ ਉਹ ਕਰ ਸਕਦੇ ਆ, ਮਸ਼ੀਨਾਂ ਵਗੈਰਾ ਉਹ ਨਹੀਂ ਚਲਾ ਸਕਦੇ, ਹੈ ਨਾ। ਤਾਂ ਉਹਨਾਂ ਕੋਲ ਸਕਿੱਲ ਨਹੀਂ ਹੈਗੀ, ਸਕਿੱਲਫੁਲ ਨਹੀਂ ਹੈਗੇ ਉਹ, ਕਿਉਂਕਿ ਉਹ ਇਲਿਟਰੇਟ ਨੇ, ਹੈ ਨਾ। ਉਹਨਾਂ ਨੂੰ ਕੋਈ ਵੀ ਇੰਡਸਟਰੀਅਲ ਐਜੂਕੇਸ਼ਨ ਨਹੀਂ ਮਿਲੀ ਹੋਈ, ਕੋਈ ਵੀ ਉਹਨਾਂ ਕੋਲ ਟ੍ਰੇਨਿੰਗ ਨਹੀਂ ਹੈਗੀ, ਇਸ ਲਈ ਉਹ ਕੀ ਨੇ, ਸਕਿੱਲਡ ਨਹੀਂ ਹੈਗੇ, ਹੈ ਨਾ, ਠੀਕ ਹੈ। ਅਤੇ ਜੇ ਉੱਥੋਂ ਦੇ ਲੋਕ ਸਕਿੱਲ ਨਹੀਂ ਹੈਗੇ ਤਾਂ ਉੱਥੇ ਪ੍ਰੋਡਕਸ਼ਨ ਦਾ ਲੈਵਲ ਹੈ ਜਿਹੜਾ ਉਹ ਲੋ ਹੋਊਗਾ। ਪ੍ਰੋਡਕਸ਼ਨ ਲੋ ਹੋਣ ਕਰਕੇ, ਅਗਰ ਪ੍ਰੋਡਕਸ਼ਨ ਦਾ ਲੈਵਲ ਸਾਡਾ ਲੋ ਹੈ ਤਾਂ ਇਨਕਮ ਵੀ ਬੇਟਾ ਲੋ ਹੋਏਗੀ, ਹੈ ਨਾ। ਇਹ ਵੀ ਇੱਕ ਵੱਡਾ ਕਾਰਨ ਹੈ ਪਾਵਰਟੀ ਦਾ, ਠੀਕ ਹੈ, ਇਹਦੇ ਨਾਲ ਹੀ ਪਾਵਰਟੀ ਪੈਦਾ ਹੁੰਦੀ ਹੈ। ਓਕੇ, ਡੈਫੀਸੈਂਸੀ ਆਫ ਐਫੀਸੈਂਟ ਐਂਟਰਪ੍ਰੇਨਿਓਰਸ, ਹੈ ਨਾ, ਆਪਣੇ ਕੋਲ ਚੰਗੇ ਉਦਯੋਗਪਤੀਆਂ ਦੀ ਕਮੀ ਹੈ ਨਾ। ਜਿਹੜੀਆਂ ITIs ਨੇ ਉਹ ਪ੍ਰੋਪਰ ਵੇ ਨਾਲ ਕੰਮ ਨਹੀਂ ਕਰਵਾਉਂਦੀਆਂ। ਜੇ ਬੱਚੇ ਮਤਲਬ ਇੰਡਸਟਰੀ ਦੇ ਵਿੱਚ ਆ ਵੀ ਗਏ, ਉਹਨਾਂ ਨੇ ਅੱਗੇ ਇੰਡਸਟਰੀ ਦੇ ਕਈ ਡਿਪਲੋਮਾਸ ਕਰਨਾ, ਕੋਈ ਹੈ ਨਾ ਡਿਪਲੋਮਾ ਹੋ ਗਿਆ ਜਾਂ ਕੋਈ ਡਿਗਰੀ ਹੋ ਗਈ ਉਹ ਲੈਣੀ ਆ, ਤਾਂ ਉੱਥੇ ਉਹਨਾਂ ਨੂੰ ਕੀ ਕੀਤਾ ਜਾਂਦਾ ਹੈ, ਥਿਓਰੈਟੀਕਲ ਪਾਰਟ ਹੀ ਕਰਵਾਇਆ ਜਾਂਦਾ ਹੈ, ਉਹਨਾਂ ਨੂੰ ਪ੍ਰੈਕਟੀਕਲੀ ਨਹੀਂ ਦੱਸਿਆ ਜਾਂਦਾ, ਪ੍ਰੈਕਟੀਕਲੀ ਕੰਮ ਨਹੀਂ ਕਰਵਾਇਆ ਜਾਂਦਾ, ਤਾਂ ਕਰਕੇ ਉਦਯੋਗਪਤੀਆਂ ਦੀ ਇੱਥੇ ਪੂਰਨ ਤੌਰ 'ਤੇ ਕਮੀ ਪਾਈ ਜਾਂਦੀ ਹੈ, ਠੀਕ ਹੈ। ਅੱਗੇ ਲੱਗੇ ਕੰਮ ਕਰਨ ਵਾਲੇ ਲੋਕਾਂ ਦੀ ਇੱਥੇ ਘਾਟ ਹੈ, ਠੀਕ ਹੈ। ਇਹੀ ਲੈਸ ਇੰਡਸਟਰੀਅਲ ਡਿਵੈਲਪਮੈਂਟ ਦਾ ਇੱਕ ਕਾਰਨ ਹੈ ਨਾ। ਜੇ ਲੈਸ ਇੰਡਸਟਰੀਅਲ ਡਿਵੈਲਪਮੈਂਟ ਮਤਲਬ ਜੇ ਸਾਡੀ ਇੰਡਸਟਰੀ ਦੇ ਵਿੱਚ ਲੈਸ ਡਿਵੈਲਪਮੈਂਟ ਹੈ ਤਾਂ ਵੀ ਅਸੀਂ ਗਰੀਬ ਹਾਂ, ਇਹ ਵੀ ਇੱਕ ਮੇਜਰ ਕਾਰਨ ਹੈ ਗਰੀਬ ਹੋਣ ਦਾ, ਠੀਕ ਹੈ। ਅੰਡਰ ਡਿਵੈਲਪ ਇਕਨੋਮੀ, ਸਾਡੀ ਜਿਹੜੀ ਇੰਡੀਆ ਦੀ ਇਕਨੋਮੀ ਆ ਇਹਦਾ ਜਿਹੜਾ ਗਰੋਥ ਰੇਟ ਹੈ ਉਹ ਵੀ ਲੋ ਹੈ, GDP ਵੀ ਸਾਡੀ ਇੱਥੇ ਲੋ ਹੈ ਨਾ। ਇਹਨਾਂ ਸਾਰੇ ਕਾਰਨਾਂ ਕਰਕੇ, ਲੋ ਗਰੋਥ ਰੇਟ ਕਰਕੇ, ਇਹਨਾਂ GDP ਘੱਟ ਹੋਣ ਕਰਕੇ ਕੀ ਹੈ, ਅੰਡਰ ਡਿਵੈਲਪ ਆ ਸੀ, ਹੈ ਨਾ, ਓਨਾ ਡਿਵੈਲਪ ਨਹੀਂ ਹੋਈ ਸਾਡੀ ਕੰਟਰੀ। ਲੈਕ ਆਫ ਪ੍ਰੋਪਰ ਇੰਡਸਟਰੀਅਲਾਈਜੇਸ਼ਨ, ਇੱਥੇ ਪ੍ਰੋਪਰ ਇੰਡਸਟਰੀਅਲਾਈਜੇਸ਼ਨ ਦੀ ਕਮੀ ਹੈ, ਕਿਉਂਕਿ 3% ਜਿਹੜੀ ਸਾਡੀ ਹੈਗੀ ਪਾਪੂਲੇਸ਼ਨ ਹੈ ਉਹੀ ਸਿਰਫ ਇੱਥੇ ਕੰਮ ਕਰ ਰਹੀ ਹੈ ਨਾ ਇੰਡਸਟਰੀ ਸੈਕਟਰ ਦੇ ਵਿੱਚ। ਇੰਡਸਟਰੀ ਸੈਕਟਰ ਹੈ ਜਿਹੜਾ ਸਾਡਾ ਪੂਰੀ ਤਰ੍ਹਾਂ ਬੈਕਵਰਡ ਹੈ, ਸਿਰਫ 3% ਪੀਪਲ ਨੇ ਜਿਹੜੇ ਇੱਥੇ ਕੰਮ ਕਰਦੇ ਨੇ, ਹੈ ਨਾ। ਇਹ ਵੀ ਇੱਕ ਜਿਹੜੀ ਇੰਡਸਟਰੀਅਲ ਸਾਡੀ ਬੈਕਵਰਡਨੈਸ ਹੈ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਾਹਦਾ, ਪਾਵਰਟੀ ਦਾ, ਗਰੀਬੀ ਦਾ, ਠੀਕ ਹੈ। ਮਲਟੀਪਲਰ ਵੀ ਨਹੀਂ ਮਿਲਦਾ ਪ੍ਰੋਪਰ ਵੇ ਨਾਲ, ਹੈ ਨਾ। ਫਿਰ ਕਿਉਂ ਨਹੀਂ ਮਿਲਦਾ, ਕਿਉਂਕਿ ਲੋਕ ਇਨਵੈਸਟ ਹੀ ਨਹੀਂ ਕਰਦੇ। ਜੇ ਇਨਵੈਸਟ ਕਰਨਗੇ ਫਿਰ ਹੀ ਉਹਨਾਂ ਨੂੰ ਮਲਟੀਪਲਾਇਰ ਮਿਲੂਗਾ, ਹੈ ਨਾ, ਉਹਨਾਂ ਦੀ ਜਿਹੜੀ ਸੇਵਿੰਗ ਹੈ ਉਹ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਹੈ ਬੇਟਾ ਲੋ ਰੇਟ ਆਫ ਗਰੋਥ ਦੇਖੋ, ਸਾਡਾ ਜਿਹੜਾ ਗਰੋਥ ਰੇਟ ਹੈਗਾ ਆਪਣਾ 3.7%, ਠੀਕ ਹੈ। ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਹੈਗੀ ਹੈ 1.8%, ਹੈ ਨਾ। ਇਹਦੀ ਗਰੋਥ ਹੈ ਜਿਹੜੀ ਪਾਪੂਲੇਸ਼ਨ ਦੀ ਗਰੋਥ ਤਾਂ ਸਾਡੀ 1.8 ਹੈ, ਅਤੇ ਜਿਹੜਾ ਸਾਡਾ ਗਰੋਥ ਰੇਟ ਇਕਨੋਮੀ ਦਾ ਗਰੋਥ ਰੇਟ ਹੈ ਉਹ 3.7% ਹੈ। ਜੇ ਅਸੀਂ
ਪਰ ਕੈਪੀਟਾ ਗਰੋਥ ਦੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ ਲੋ ਹੈ ਨਾ। ਪਾਪੂਲੇਸ਼ਨ ਦੇ ਕੰਪੇਅਰ ਆਪਾਂ ਗੱਲ ਕਰੀਏ ਪਰ ਕੈਪੀਟਾ ਗਰੋਥ ਦੀ ਤਾਂ ਉਹ ਬਹੁਤ ਜ਼ਿਆਦਾ ਕੀ ਹੈ, ਲੋ। ਓਕੇ, ਲੋ ਹੈ। ਇਹ ਵੀ ਇੱਕ ਬਹੁਤ ਵੱਡਾ ਮੇਜਰ ਕਾਰਨ ਹੈ ਆਪਣਾ ਗਰੀਬੀ ਦਾ। ਨੈਕਸਟ ਹੈ ਲੈਕ ਆਫ ਇਨਫਰਾਸਟਰਕਚਰ। ਇਨਫਰਾਸਟਰਕਚਰ ਦੇ ਵਿੱਚ ਬੇਟਾ ਕੀ ਆ ਜਾਂਦਾ ਹੈ? ਇਨਫਰਾਸਟਰਕਚਰ ਦੇ ਵਿੱਚ ਆਪਣੇ ਰੋਡਸ ਆਉਣਗੇ ਹੈ ਨਾ, ਜਿਹਦੇ ਨਾਲ ਰੇਲਵੇਜ਼ ਆਉਣਗੇ, ਟਰਾਂਸਪੋਰਟ ਆ ਜਾਏਗੀ, ਇਹਦੇ ਵਿੱਚ ਹੈ ਨਾ ਐਗਰੀਕਲਚਰ ਮਾਰਕੀਟ ਹੈ ਜਿਹੜੀ ਉਹ ਵੀ ਆ ਜਾਏਗੀ। ਠੀਕ ਹੈ, ਆਪਣੇ ਹੌਸਪੀਟਲਸ ਆਉਣਗੇ, ਸਕੂਲਸ ਆਉਣਗੇ, ਜਿਨ੍ਹਾਂ ਦੇ ਥਰੂ ਆਪਾਂ ਚੰਗੀ ਤਰ੍ਹਾਂ ਡਿਵੈਲਪ ਕਰ ਸਕਦੇ ਹਾਂ ਆਪਣੀ ਕੰਟਰੀ ਨੂੰ, ਪ੍ਰੋਪਰ ਵੇ ਨਾਲ ਡਿਵੈਲਪ ਕਰ ਸਕਦੇ ਹਾਂ। ਇੱਥੇ ਸਾਡਾ ਜਿਹੜਾ ਇਨਫਰਾਸਟਰਕਚਰ ਹੈ ਉਹਦੀ ਵੀ ਕਮੀ ਪਾਈ ਜਾਂਦੀ ਹੈ। ਕਿਉਂਕਿ ਇੱਥੇ ਕੈਪੀਟਲ ਉਨੀ ਵਧੀਆ ਨਹੀਂ ਹੈਗੀ, ਕੈਪੀਟਲ ਦੀ ਫੈਸਿਲਿਟੀ ਨਹੀਂ ਹੈਗੀ, ਲੋਕਾਂ ਕੋਲ ਇੰਨਾ ਕ੍ਰੈਡਿਟ ਹੈ ਨਹੀਂ, ਪੈਸਾ ਹੈ ਨਹੀਂ, ਹੈ ਨਾ। ਠੀਕ ਹੈ, ਤਾਂ ਕਰਕੇ ਇਹਦੀ ਕਮੀ ਪਾਈ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਜਿਹੜੇ ਨੈਚੁਰਲ ਰਿਸੋਰਸ ਨੇ ਉਹਨਾਂ ਦਾ ਪ੍ਰੋਪਰ ਯੂਜ਼ ਨਹੀਂ ਹੋ ਰਿਹਾ। ਨੈਚੁਰਲ ਰਿਸੋਰਸ ਤਾਂ ਸਾਨੂੰ ਨੇਚਰ ਵੱਲੋਂ ਮਿਲੇ ਹੋਏ ਨੇ, ਹੈ ਨਾ, ਲਾਈਕ ਆਇਰਨ ਹੋ ਗਿਆ, ਕੋਲਾ ਹੋ ਗਿਆ, ਮੈਗਨੀਜ਼ ਹੋ ਗਿਆ, ਮਾਈਕਾ ਹੋ ਗਿਆ। ਇਹ ਇੰਡੀਆ ਦੇ ਵਿੱਚ ਲਾਰਜ ਅਮਾਊਂਟ ਦੇ ਵਿੱਚ ਨੇ, ਜ਼ਿਆਦਾ ਮਾਤਰਾ ਦੇ ਵਿੱਚ ਨੇ, ਪਰ ਇਹਨਾਂ ਨੂੰ ਸਹੀ ਤਰ੍ਹਾਂ ਨਾਲ ਯੂਜ਼ ਨਹੀਂ ਕੀਤਾ ਜਾ ਰਿਹਾ, ਪ੍ਰੋਪਰ ਵੇ ਨਾਲ ਇਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ। ਠੀਕ ਹੈ, ਤਾਂ ਇਹ ਵੀ ਮੇਜਰ ਕਾਰਨ ਹੈ ਪਾਵਰਟੀ ਦਾ। ਨੈਕਸਟ ਹੈ ਜੀ ਲਾਸਟ, ਆਊਟਡੇਟਡ ਸੋਸ਼ਲ ਇੰਸਟੀਟਿਊਸ਼ਨਸ, ਹੈ ਨਾ। ਜਿਹੜੇ ਇੱਥੋਂ ਦੇ ਲੋਕ ਨੇ ਉਹ ਇਲਿਟਰੇਟ ਨੇ, ਪੜ੍ਹੇ ਲਿਖੇ ਨਾ ਹੋਣ ਕਰਕੇ, ਅਨਪੜ੍ਹ ਹੋਣ ਕਰਕੇ ਉਹ ਕੀ ਨੇ ਬਈ, ਆਊਟਡੇਟਡ ਨੇ, ਹੈ ਨਾ। ਪੁਰਾਣੀ ਜਿਹੜੇ ਰੀਤੀ ਰਿਵਾਜ਼ ਨੇ, ਆਊਟਡੇਟਡ ਟਰਡੀਸ਼ਨਸ ਨੇ, ਕਸਟਮਸ ਨੇ, ਉਹਨਾਂ 'ਤੇ ਵਿਸ਼ਵਾਸ ਕਰਦੇ ਆ ਨਾ, ਲਾਈਕ ਕਾਸਟ ਸਿਸਟਮ ਹੋ ਗਿਆ ਆਪਣਾ, ਹੈ ਨਾ, ਲਾਜ਼ ਆਫ ਇਨਹੈਰੀਟੈਂਸ ਹੋ ਗਿਆ, ਹੈ ਨਾ, ਵੀ ਵਿਰਾਸਤ ਦੇ ਵਿੱਚ ਹੀ ਚੀਜ਼ਾਂ ਮਿਲਦੀਆਂ, ਜਾਂ ਜੱਦੀ ਕਹਿ ਲਓ, ਆਪਾਂ ਨੂੰ ਵੀ ਜੱਦੀ ਮਿਲਦੀਆਂ ਨੇ। ਤਾਂ ਉਹ ਜ਼ਿਆਦਾਤਰ ਜਿਹੜੀਆਂ ਟਰਡੀਸ਼ਨਲ ਹੈਗੇ ਨੇ ਕਸਟਮਸ, ਉਹਨਾਂ 'ਤੇ ਉਹੋ ਜਿਹੀ ਉਹਨਾਂ ਦੀ ਸੋਚ ਹੈ, ਪੁਰਾਣੀ ਸੋਚ ਹੈ, ਉਹ 'ਤੇ ਡਿਪੈਂਡ ਕਰਦੇ ਆ। ਇਹ ਵੀ ਸਾਡੇ ਜਿਹੜੀ ਪਾਵਰਟੀ ਹੈ ਉਹਦੀ ਇੱਕ ਵੱਡੀ ਮੇਜਰ ਕਾਰਨ ਹੈ, ਵੱਡਾ ਕਾਰਨ ਹੈ। ਠੀਕ ਹੈ, ਹਾਂਜੀ, ਜਿਹੜੀ ਨੈਕਸਟ ਵੀਡੀਓ ਹੈ ਬੇਟਾ ਉਹ ਮੈਂ ਤੁਹਾਨੂੰ ਉਹ ਵੀ ਅਪਲੋਡ ਕਰ ਦਾਂਗੀ। ਉਹਦੇ ਵਿੱਚ ਜਿਹੜੇ ਅਗਲੇ 2 ਟੋਪਿਕ ਰਹਿ ਗਏ ਮੈਂ ਉਹਨਾਂ ਬਾਰੇ ਡਿਸਕਸ ਕਰੂੰਗੀ। ਠੀਕ ਹੈ, ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਪ੍ਰੋਪਰ ਵੇ ਨਾਲ ਕਰ ਲੈਣਾ ਗਾ, ਆਪਣੇ ਲੈਵਲ 'ਤੇ ਵੀ ਇੱਕ ਵਾਰ ਰੀਡ ਕਰ ਲਿਓ ਇਹ ਚੀਜ਼ਾਂ। ਠੀਕ ਹੈ, ਜੇ ਕੁਛ ਵੀ ਨਹੀਂ ਪਤਾ ਚੱਲਦਾ ਤਾਂ ਮੈਨੂੰ ਪੁੱਛ ਲੈਣਾ। ਓਕੇ, ਥੈਂਕ ਯੂ ਸੋ ਮਚ।